ਕਾਲੀ ਕਾਂਗਰਸੀਆਂ ਦੇ ਵੱਟਿਆਂ ਦੀ ਸਾਨੂੰ ਰੱਤਾ ਦਰਦ ਨਾ ਹੋਈ। ਇਨਕਲਾਬੀਆਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਮੈਂ ਗੱਲ ਕਰਨ ਲੱਗਾ ਜੋ ਕੱਲ MOU ਮੈਮੋਰੰਡਮ ਆਫ ਅੰਡਰਸਟੈਂਡਿੰਗ ਦਿੱਲੀ ਤੇ ਪੰਜਾਬ ਦੇ ਵਿੱਚ ਸਾਈਨ ਕੀਤਾ ਗਿਆ, ਜਿਹਦਾ ਨਾਮ ਦਿੱਤਾ ਗਿਆ ਨੌਲੇਜ ਆਫ ਸ਼ੇਅਰਿੰਗ। ਇਹ ਜਿਹੜਾ ਸਮਝੌਤਾ ਕੀਤਾ ਗਿਆ ਇਹ 18 ਮਹਿਕਮਿਆਂ ਦੇ ਵਿੱਚ ਕੀਤਾ ਗਿਆ, ਜਿਹਦੇ ਵਿੱਚ ਸਿੱਖਿਆ, ਸਿਹਤ ਤੇ ਇੱਕ ਮਹਿਕਮਾ ਇਹੋ ਜਿਹਾ ਜਿਹਦੇ ਤੋਂ ਪਿਛਲੀਆਂ ਸਰਕਾਰਾਂ ਬੜੀ ਮੋਟੀ ਕਮਾਈ ਕਰਦੀਆਂ ਰਹੀਆਂ 15-20 ਸਾਲ, ਸ਼ਹਿਰੀ ਵਿਕਾਸ ਮਹਿਕਮਾ, ਕਿ ਇਹ ਸਾਰੇ ਮਹਿਕਮੇ ਦਿੱਲੀ ਦੇ ਨਾਲ ਮਿਲ ਕੇ ਕੰਮ ਕਰਨਗੇ। ਔਰ ਇਸ ਐਗਰੀਮੈਂਟ ਦਾ, ਇਸ ਜਿਹੜਾ MOU ਦਾ ਸਾਰੀਆਂ ਪਾਰਟੀਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ, ਜਿਹਦੇ ਵਿੱਚ ਸੁਖਬੀਰ ਬਾਦਲ, ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ। ਪਰ ਉਹਨਾਂ ਦੇ ਬੋਲਣ ਤੋਂ ਬਾਅਦ, ਉਹਨਾਂ ਦੇ ਵਿਰੋਧ ਕਰਨ ਤੋਂ ਬਾਅਦ ਸਾਰ ਭਗਵੰਤ ਸਿੰਘ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ 2-3 ਮਿੰਟ ਦੀ ਵੀਡੀਓ ਜਾਰੀ ਕਰਕੇ ਉਹਨਾਂ ਦੀ ਬੇਇੱਜ਼ਤੀ ਕੀਤੀ, ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਉਹ ਕਹਿ ਰਹੇ ਸੀਗੇ, ਸੁਖਬੀਰ ਨੂੰ ਲਾਹਨਤਾਂ ਪਾ ਰਹੇ ਸੀਗੇ ਕਿ ਤੁਸੀਂ ਇਜ਼ਰਾਈਲ ਜਾਂਦੇ ਰਹੇ ਹੋ, ਤੁਸੀਂ ਓਨਟਾਰੀਓ ਜਾਂਦੇ ਰਹੇ ਹੋ, ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਰਹੇ ਹੋ, ਕੀ ਉਹ ਦੇਸ਼ ਸੂਬੇ ਨੂੰ ਚਲਾਉਣ ਲੱਗ ਪਏ ਸੀਗੇ। ਇਸੇ ਤਰਜ਼ ਦੇ ਉੱਤੇ ਸਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤੁਸੀਂ ਤੰਜ ਕੱਸਦੇ ਨਜ਼ਰ ਆਏ ਕਿ ਤੁਹਾਡੀ ਪਿਛਲੀ ਸਰਕਾਰ ਤੇ ਇੱਕ ਵਿਦੇਸ਼ੀ ਔਰਤ ਚਲਾਉਂਦੀ ਰਹੀ ਆ, ਤੁਸੀਂ ਤੇ ਜਿਹੜੀਆਂ ਉਹ ਚਿੱਠੀਆਂ ਲਿਖਦੇ ਹੀ ਮਰ ਗਏ, ਉਹ ਸਾਰਾ ਜਿਹੜਾ ਤੰਤਰ ਆ ਉਹ ਉਸ ਔਰਤ ਨੇ ਚਲਾਇਆ ਵਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ, ਜੇ ਉਹਨਾਂ ਪਿਛਲੀਆਂ ਸਰਕਾਰਾਂ ਦੀਆਂ ਹਰਕਤਾਂ ਚੰਗੀਆਂ ਹੁੰਦੀਆਂ ਨਾ ਤੇ ਲੋਕ ਤੁਹਾਨੂੰ ਮੌਕਾ ਹੀ ਨਾ ਦਿੰਦੇ। ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਨੁਕਤਾਚੀਨੀ ਦੀ ਆਦਤ ਪਾਉਣੀ ਚਾਹੀਦੀ ਆ, ਉਹਦੇ ਉੱਤੇ ਪੰਜਾਬ ਲਈ ਜਵਾਬਦੇਹ ਹੋਣਾ ਚਾਹੀਦਾ ਵਾ। ਵਿਰੋਧੀ ਪਾਰਟੀ ਦੀਆਂ ਗੱਲਾਂ ਦਾ ਜੇ ਤੁਸੀਂ ਪੰਜਾਬ ਲਈ ਸੁਹਿਰਦਤਾ ਲਈ ਕੰਮ ਕਰਦੇ ਹੋ ਤੇ ਉਹਨਾਂ ਦਾ ਜਵਾਬ ਜਿਹੜਾ ਉਹ ਚੰਗੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ, ਨਾ ਕਿ ਕਿਸੇ ਦੀ ਇਨਸਲਟ ਕਰਨ ਨਾਲ, ਨਾ ਕਿ ਕਿਸੇ ਦੇ ਉੱਤੇ ਤੰਜ ਕੱਸਣ ਦੇ ਨਾਲ। ਇਹਦੇ ਨਾਲ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਕਿ ਤੇਰੀ ਪਾਰਟੀ ਤੇ ਤੈਨੂੰ ਮਾਨਤਾ ਹੀ ਨਹੀਂ ਦਿੰਦੀ, ਤੈਨੂੰ ਗੱਲ ਕਰਨ ਦਾ ਹੱਕ ਹੀ ਨਹੀਂ ਹੈਗਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਕਿਸੇ ਬੰਦੇ ਕੋਲ ਕੋਈ ਪਾਰਟੀ ਦਾ ਟੈਗ ਨਹੀਂ ਹੈਗਾ, ਕਿਸੇ ਪਾਰਟੀ ਵੱਲੋਂ ਮਾਨਤਾ ਪ੍ਰਾਪਤ ਉਹਦੇ ਕੋਲ ਅਹੁਦਾ ਨਹੀਂ ਹੈਗਾ, ਤੇ ਕੀ ਉਹ ਪੰਜਾਬ ਦੇ ਹੱਕਾਂ ਲਈ ਬੋਲ ਨਹੀਂ ਸਕਦਾ, ਪੰਜਾਬ ਦੇ ਹੱਕਾਂ ਲਈ ਲੜ ਨਹੀਂ ਸਕਦਾ? 3.25 ਕਰੋੜ ਦੀ ਆਬਾਦੀ ਦੇ ਵਿੱਚੋਂ ਕੱਲੇ ਬੰਦੇ ਨੂੰ ਹੱਕ ਹੈ ਕਿ ਉਹ ਆਪਣੇ ਪੰਜਾਬ ਦੀ ਗੱਲ ਕਰ ਸਕੇ। ਫਿਰ ਤੁਸੀਂ ਕਿਉਂ ਭੁੱਲ ਜਾਂਦੇ ਹੋ ਇਸ ਚੀਜ਼ ਨੂੰ ਕਿ ਤੁਹਾਨੂੰ ਵੀ ਜਿਹੜੀ CMਸ਼ਿਪ ਦੀ ਮਾਨਤਾ ਦਿੱਤੀ ਗਈ ਆ, ਜਦੋਂ ਤੁਹਾਨੂੰ ਚਿਹਰਾ ਐਲਾਨ ਕਰਨਾ ਸੀਗਾ, ਤੁਹਾਨੂੰ ਵੀ ਅਖੀਰ ਦੇ ਵਿੱਚ ਤੇ ਮਜਬੂਰੀ 'ਚ ਪਾਰਟੀ ਨੇ ਕੀਤਾ ਸੀਗਾ, ਤੁਹਾਨੂੰ ਵੀ ਪਤਾ ਸੀਗਾ ਤੁਹਾਡੀ ਕੀ ਹਾਲਤ ਆ। ਸੋ ਇਸ ਤਰੀਕੇ ਦੇ ਤੰਜ ਨਾ ਕਿਸੇ ਦੇ ਉੱਤੇ ਕੱਸਿਆ ਕਰੋ ਕਿ ਕਿਸੇ ਦਾ ਵੀ ਕਰੈਕਟਰ ਕਿਸੇ ਤੋਂ ਲੁਕਿਆ ਨਹੀਂ ਹੁੰਦਾ। ਮੈਂ ਤੁਹਾਡੇ ਲਈ ਲੈਣਾ ਕਹੂੰਗਾ कि औरों के ख्यालात की लेते हैं तलाशी और अपने ही गिरेबान में झांका नहीं जाता। तुसी उन्हां दी ते बोलती बंद कर दित्ती। हुण मैं तुहानूं पुछना चाहुंदा कि जे सिर्फ ये नॉलेज शेयर एग्रीमेंट आ ते फिर इहदे उत्ते MOU बनाउण दी की लोड़ सी, इहदे उत्ते साइन करन दी की लोड़ सी? नॉलेज शेयरिंग ते असीं किसे नाल भी कर सकदे हां। जे तुहानूं वध ज्ञान है ते तुसीं ओह नॉलेज किसे नूं दे सकदे हो। तुसीं किसे VC तो, किसे मतलब मुखी तो, किसे पढ़े लिखे बंदे तो जां तजर्बेकार तो नॉलेज लै सकदे हो। ਉਹਦੇ ਵਿੱਚ ਸਮਝੌਤੇ ਕਰਨ ਦੀ ਕੀ ਲੋੜ ਪੈ ਗਈ? ਤੁਸੀਂ ਦਿੱਲੀ ਤੋਂ ਵੈਸੇ ਹੀ ਸਲਾਹ ਲੈ ਸਕਦੇ ਸੀਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ MOU ਸਾਈਨ ਕੀਤਾ ਗਿਆ, ਇੱਕ ਸੇਫ ਪੈਸੇਜ ਤਿਆਰ ਕੀਤਾ ਤੁਸੀਂ ਆਪਣੇ ਦਿੱਲੀ ਵਾਲੇ ਅਕਾਵਾਂ ਲਈ, ਕਿਉਂਕਿ ਪੰਜਾਬ ਦੇ ਅਫਸਰ ਦਿੱਲੀ ਆ ਜਾ ਸਕਣ, ਦਿੱਲੀ ਆਪਣੀਆਂ ਬਦਲੀਆਂ ਲਈ ਜਾ ਸਕਣ, ਜਾਂ ਦਿੱਲੀ ਆਪਣੀਆਂ ਉੱਥੋਂ ਹਦਾਇਤਾਂ ਲੈ ਕੇ ਪੰਜਾਬ ਲਈ ਆ ਸਕਿਆ ਕਰਨ, ਕਿਉਂਕਿ ਜਦੋਂ ਪਹਿਲਾਂ ਜਾਂਦੇ ਸੀਗੇ ਤੇ ਉਹਨਾਂ ਦਾ ਵਿਰੋਧ ਹੋਇਆ ਸੀਗਾ। ਸੋ ਇਹ ਤੁਸੀਂ ਇੱਕ ਬਿਲਕੁਲ ਸਾਫ਼ ਰਸਤਾ ਹੀ ਤਿਆਰ ਕਰ ਦਿੱਤਾ ਕਿ ਜਦੋਂ ਮਰਜ਼ੀ ਉੱਥੇ ਹੋ ਜਾਣ ਤੇ ਜਦੋਂ ਮਰਜ਼ੀ ਆਉਣ। ਸਵਾਲ ਇੱਥੇ ਇਹ ਖੜੇ ਹੁੰਦੇ ਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਅਫਸਰ ਲਾਉਣੇ ਸ਼ੁਰੂ ਕੀਤੇ ਤੇ ਆਪਾਂ ਸਾਰਿਆਂ ਨੇ ਬੜਾ ਰੌਲਾ ਪਾਇਆ ਸਮੇਤ ਮੇਰੇ ਕਿ ਪੰਜਾਬ ਨਾਲ ਬੜਾ ਧੱਕਾ ਹੋ ਰਿਹਾ ਵਾ, ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵਾ। ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਦੋਂ ਉਹਨਾਂ ਆਪਣੇ ਅਫਸਰਾਂ ਦੀ ਜ਼ਿਆਦਾ ਸ਼ਮੂਲੀਅਤ ਕਰਾਈ ਤੇ ਆਪਾਂ ਸਾਰਿਆਂ ਹੀ ਰੌਲਾ ਪਾਇਆ। ਮਾਨ ਸਾਹਿਬ ਤੁਸੀਂ ਵੀ ਉਹਦੇ ਵਿੱਚ ਸੀਗੇ। ਪੰਜਾਬ ਜਿਹੜਾ ਹਮੇਸ਼ਾ ਵਾ ਉਹ ਆਪਣੇ ਹੱਕਾਂ ਲਈ ਕੇਂਦਰ ਦੇ ਨਾਲ ਲੜਦਾ ਰਿਹਾ ਵਾ, ਕਿਉਂਕਿ ਰਾਜਾਂ ਦੇ ਹੱਕ ਤੇ ਤਾਕਤਾਂ ਖੋਹੀਆਂ ਜਾ ਰਹੀਆਂ, ਅੱਜ ਦੀਆਂ ਨਹੀਂ ਪਿਛਲੀਆਂ ਸਾਜ਼ਿਸ਼ਾਂ ਚੱਲਣ ਡੀਆਂ ਵਾ, ਤੇ ਆਪਾਂ ਤੇ ਤਾਕਤਾਂ ਖੋਹ ਕੇ ਜਿਹੜੀਆਂ ਉਹ ਬਚਾਉਣੀਆਂ ਸੀ ਉਹ ਕਿੱਥੇ? ਆਪਾਂ ਪੂਰੀ ਦੀ ਪੂਰੀ ਸਟੇਟ ਹੀ ਉਹਨਾਂ ਦੇ ਹਵਾਲੇ ਕਰ ਦਿੱਤੀ। ਮੈਂ 18 ਮਹਿਕਮਿਆਂ ਦੇ ਵਿੱਚ ਜਿਹੜੇ ਤੁਸੀਂ ਬਦਕਿਸਮਤੀ ਤਰਾਸਦੀ ਕੀ ਆ ਪੰਜਾਬ ਦੀ ਕਿ 18 ਮਹਿਕਮਿਆਂ ਦੇ ਵਿੱਚ ਉਹ ਕਈ ਮਹਿਕਮੇ ਆ ਜਿਹੜੇ ਦਿੱਲੀ ਕੋਲ ਖੁਦ ਨਹੀਂ ਹੈਗੇ, ਉਹਨਾਂ ਕੋਲੋਂ ਸਰਕਾਰ ਹੀ ਨਹੀਂ ਹੈਗੀ। ਜਿੱਥੇ ਪੂਰੀ ਸਰਕਾਰ ਉਹਨਾਂ ਦੀ ਆਪਣੀ ਨਹੀਂ ਹੈਗੀ ਤੇ ਅਸੀਂ ਆਪਣੀ ਸਰਕਾਰ ਫੜ ਕੇ ਉਹਨਾਂ ਦੇ ਹਵਾਲੇ ਕਰ ਦਿੱਤੀ ਆ। ਕਈ ਇਹਦੇ ਵਿੱਚ ਉਹ ਮਹਿਕਮੇ ਆ ਜਿਨ੍ਹਾਂ ਦਾ ਉਹਨਾਂ ਨੂੰ ਤਜਰਬਾ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਕੇਂਦਰ ਨੇ ਉਹ ਹੱਕ ਦਿੱਤੇ ਹੀ ਨਹੀਂ, ਤੇ ਫਿਰ ਉਹ ਸਾਡੇ ਨਾਲ ਕੀ ਨੌਲੇਜ ਸ਼ੇਅਰ ਕਰਨਗੇ, ਕੀ ਸਾਨੂੰ ਉਹ ਮਤਲਬ ਇਹਦੇ ਉੱਤੇ ਕੋਈ ਸਿੱਖਿਆ ਦੇਣਗੇ? ਪੰਜਾਬ ਨੂੰ ਪਿਛਲੇ 25 ਸਾਲਾਂ ਤੋਂ ਲਗਾਤਾਰ ਕੇਂਦਰ ਚਲਾਉਂਦਾ ਆ ਰਿਹਾ, ਡਾਇਰੈਕਟਲੀ ਇਨਡਾਇਰੈਕਟਲੀ ਕਹਿ ਲਓ, ਦਿੱਲੀ ਨਾਲ ਸੰਬੰਧਿਤ ਲੋਕ ਪੰਜਾਬ ਨੂੰ ਚਲਾਉਂਦੇ ਆਏ ਆ। ਜੇ ਬਾਦਲ ਰਾਜ ਕਰਦੇ ਰਹੇ ਆ ਤੇ ਉਹ ਦਿੱਲੀ ਤੋਂ ਚੱਲਦੇ ਰਹੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ। ਜੇ ਕੈਪਟਨ ਅਮਰਿੰਦਰ ਸਿੰਘ ਰਾਜ ਕਰਦਾ ਰਿਹਾ ਤੇ ਉਹ 5 ਸਾਲ ਪੂਰਾ ਦਿੱਲੀ ਦਾ ਜਿਹੜਾ
ਚਮਚਾ ਬਣ ਕੇ ਉਹ ਚੱਲਦਾ ਰਿਹਾ ਤੇ ਤੁਸੀਂ ਵੀ ਸਾਡੀ ਉਹ ਜਿਹੜੀ ਹਾਲਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਹਾਲਾਤ ਤੁਸੀਂ ਉਹ ਬਣਾ ਦਿੱਤੇ ਆ ਕਿ ਹਮ ਕੈਦ ਮੇਂ ਹੈ ਅੱਬੀ ਪਹਿਰੇ ਬਦਲ ਗਏ, ਬਸ ਜ਼ੁਲਮ ਕਰਨੇ ਵਾਲੋਂ ਕੇ ਚਿਹਰੇ ਬਦਲ ਗਏ। ਮੈਂ ਕੇਜਰੀਵਾਲ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਤੇ ਕਾਗਜ਼ਾਂ 'ਚ ਉਹਨਾਂ ਦੇ ਹਵਾਲੇ ਕਰ ਦਿੱਤਾ ਪੰਜਾਬ ਨੂੰ, ਉਹ ਤੇ ਗੱਲੀ ਬਾਤੀ ਕਰਦੇ ਰਹੇ ਆ ਨਾ। ਮੈਂ ਕੇਜਰੀਵਾਲ ਹੋਣਾ ਨੂੰ ਵੀ ਕਹਿਣਾ ਚਾਹੁੰਦਾ ਕਿ ਮੋਦੀ ਵਾਲੇ ਬਦਲੇ ਤੁਸੀਂ ਮੋਦੀ ਤੋਂ ਲਓ ਨਾ, ਉਹ ਸਾਡੇ ਪੰਜਾਬੀਆਂ ਤੋਂ ਕੋ ਲੈਣਾ ਚਾਹੁੰਦੇ ਹੋ? ਕਿਉਂਕਿ ਮੋਦੀ ਨੇ ਤੁਹਾਡੇ ਉੱਤੇ ਲੈਫਟੀਨੈਂਟ ਜਨਰਲ ਜਿਹੜਾ ਉਹ ਲਾ ਕੇ ਰੱਖਿਆ ਤੇ ਤੁਸੀਂ ਇੱਥੇ ਪੰਜਾਬ ਦੇ ਲੈਫਟੀਨੈਂਟ ਜਨਰਲ ਬਣ ਕੇ ਰਹਿ ਗਏ। ਉਹਨਾਂ ਦੇ ਖਿਲਾਫ ਤੁਹਾਡੇ ਕੋਲ ਕੁਝ ਹੁੰਦਾ ਨਹੀਂ ਤੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਸੀਗਾ। ਤੁਹਾਨੂੰ ਨਾ ਤੇ ਆਪਣੇ ਜਿਹੜੇ 92 MLA ਚੁਣੇ ਆ, ਨਾ ਤੇ ਉਹਨਾਂ ਦੇ ਉੱਤੇ ਵਿਸ਼ਵਾਸ ਰਿਹਾ ਜਿਨ੍ਹਾਂ ਦੇ ਵਿੱਚ ਡਾਕਟਰ, ਇੰਜੀਨੀਅਰ, ਕਈ ਅਫਸਰ ਜਿਹੜੇ ਅਸਤੀਫੇ ਦੇ ਕੇ ਆਏ, ਨਾ ਤੇ ਤੁਹਾਨੂੰ ਉਹਨਾਂ ਦੇ ਉੱਤੇ ਯਕੀਨ ਰਿਹਾ ਕਿ ਉਹ ਪੰਜਾਬ ਨੂੰ ਚਲਾ ਲੈਣਗੇ ਸਮੇਤ ਭਗਵੰਤ ਮਾਨ ਦੇ, ਤੇ ਨਾ ਹੀ ਪੰਜਾਬ ਦੀ ਅਫਸਰਸ਼ਾਹੀ ਦੇ ਉੱਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਤੁਹਾਨੂੰ ਯਕੀਨ ਰਿਹਾ ਕਿ ਇਹ ਲੋਕ ਪੰਜਾਬ ਨੂੰ ਚਲਾ ਸਕਦੇ ਆ। ਆਪਦੇ MLA ਦੇ ਮੂੰਹ ਦੇ ਉੱਤੇ ਵੀ ਤੁਸੀਂ ਕਰਾਰੀ ਚਪੇੜ ਮਾਰੀ ਆ, ਔਰ ਇਸ ਅਫਸਰਸ਼ਾਹੀ ਦੇ ਉੱਤੇ ਵੀ ਛੋਟੇ ਤੋਂ ਵੱਡੇ ਅਫਸਰਾਂ ਦੇ ਉੱਤੇ ਵੀ ਤੁਸੀਂ ਮੂੰਹ ਦੇ ਉੱਤੇ ਚਪੇੜ ਮਾਰੀ ਆ ਕਿ ਤੁਸੀਂ ਇਸ ਕਾਬਲ ਹੀ ਨਹੀਂ ਹੈਗੇ ਕਿ ਪੰਜਾਬ ਨੂੰ ਤੁਸੀਂ ਚਲਾ ਸਕੋ। ਕੇਜਰੀਵਾਲ ਜੀ, ਤੁਸੀਂ ਰਾਜ ਸਭਾ ਦੇ ਵਿੱਚ ਜਿਹੜੀ ਤੁਸੀਂ ਪਿਛਲੀ ਗਲਤੀ ਕੀਤੀ, ਤੁਸੀਂ ਪੰਜਾਬ ਦੇ ਹੱਕ ਲੈਣ ਵਾਲੇ ਕੀ ਭੇਜਣੇ ਸੀਗੇ? ਸਗੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੀ ਵਿਧਾਨ ਸਭਾ ਦਿੱਲੀ ਦੇ ਵਿੱਚ ਤੁਸੀਂ 2 ਬੰਦੇ ਪੰਜਾਬ ਤੋਂ ਲੈ ਲਓ, ਜੋ ਅੱਗੋਂ ਪੰਜਾਬ ਤੁਹਾਡੀ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਹਾਡੇ ਕੋਲੋਂ ਪੰਜਾਬ ਦੇ ਹੱਕ ਤੇ ਮੰਗਿਆ ਕਰਨ, ਜਿਹੜੇ ਤੁਸੀਂ ਖੋਹ ਰਹੇ ਹੋ ਹੌਲੀ ਹੌਲੀ। ਇਹ ਹਾਲ ਤੁਸੀਂ ਪੰਜਾਬ ਦਾ ਕਰ ਰਹੇ ਹੋ ਕਿ ਹੁਣ ਤੁਹਾਡੇ ਕੋਲੋਂ ਪੰਜਾਬ ਨੂੰ ਹੱਕ ਜਿਹੜੇ ਆਪਣੇ ਉਹ ਮੰਗਣੇ ਪਿਆ ਕਰਨਗੇ। ਤੁਸੀਂ ਉਹ ਹਾਲ ਸਾਡਾ ਕਰ ਦਿੱਤਾ ਕਿ ਜਿੰਨੇ ਅਸੀਂ ਤਾਂ ਤੁਹਾਨੂੰ ਬੜੇ ਮਾਣ ਨਾਲ ਜਿਤਾਇਆ, ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਜਿਤਾਇਆ, ਤੇ ਤੁਸੀਂ ਵੀ ਸਾਡੇ ਨਾਲ ਉਹ ਹਰਕਤਾਂ ਕਰ ਰਹੇ ਹੋ। ਜਿन्हें हम हार समझ बैठे थे गला अपना सजाने को, वही अब नाग बन बैठे हम ही को काट खाने को। बाकी भगवंत सिंह मैं तेनों भी एक गल कहना चाहना वा, भरा वा तू साडा वड्डा, कि तेरे कोलों दिल्ली वाले इहो जे फैसले करा रहे आ, तेरे उत्ते थोप के कह लो जां तेरे कोलों करा इहो जे रहे आ, चाहे वो राज सभा मैंबर चुनदा सीगा, चाहे वो बिजली माफी के उत्ते सीगा, चाहे वो नॉलेज शेयर जिहड़ा एग्रीमेंट MOU तुसीं साइन कीता वा, ये दिल्ली वाले लोग तैनूं लोकां दे दिलां चों भी लाउणा चाहुंदे आ ते गद्दी दे उत्तों भी लाउणा चाहुंदे आ। सच्चाई ये है कि तैनूं कोई पावर नहीं दित्ती उन्हां अज तक पंजाब चलाउण लई, ते तुहाडे अंदरला जिहड़ा इनकलाब सीगा, जिहड़ा चोणां तो पहिला सीगा, वो पता नहीं कित्थे कोमा च चल गया, किहड़े ICU च पिया वा, ना तुहाडा इनकलाब जाग रहा। तुसी कुर्सी दे लालच दे वस दे विच कुछ बोल ही नहीं पा रहे। तुसी साडे सारिਆਂ ਦੀ ਉਹ हालत कीती ते तुहाडी हालत पता की आ, मतलब असीं ते गुलाम पहिलां भी सीगे ते हुण भी बन के रह गए। तुहाडी ਉਹ हालत कर दित्ती जो तुहाडे सुपने सीगे पंजाब नूं इलैक्शन तो पहला, कि वो जो ख्वाब थे तेरे जहन में ना तू कह सका ना तू लिख सका, वो जो ख्वाब थे तेरे जहन में ना तू कह सका ना तू लिख सका, जो जुबान मिली तो वो कटी हुई, जो कलम मिला तो वो बिका हुआ। तुहाडे पल्ले ही कुछ नहीं, तुसी उन्हां दे खिलाफ विरोध ही नहीं कर सकते। तुसी बार बार एक गल कहिंदे हो मैनूं टाइम दो, मैनूं मतलब थोड़ा समा दिओ, दिता तुहानूं, मैं तो बोलना ही नहीं चाहुंदा 2-4 महीने कि तुहानूं काम करन दा वाकई टाइम देण दी लोड़ है। तुहानूं मतलब तुसी अपना टाइम लो, 2-4 महीने दे विच सानूं कोई बदलाव जिहड़ा पंजाब च नज़र आउणा चाहीदा। दूजी गल, तुसी बार बार एक गल कहिंदे हो इन्हां मुद्दिआं दे उत्ते जदों दिल्ली वाले डाके मारदे ने कि जे सलाह की लोड़ पई तो असीं इटली भी जावांगे। मैं तुहानूं कहना सलाह लैण भावें चंद्रमा ते जाओ, भावें मंगल ग्रह ते जाओ, जिद्दां सुखबीर आंदा ਸੀ मैं उत्थे रैली करनी आ, भावें मंगल ग्रह दे उत्ते तुसीं सलाह लैण जाओ, पर पंजाब दे हक्कां दे उत्ते पहरा ते दिओ। पंजाब नूं गहणे ते ना पाओ किसे कोल, हवाई गल्लां तो परहेज करो। मान साहब जिवें तुसीं सच्चियां सच्चियां सुणाउंदे सी ना, ਆਪਣੀਆਂ ਜਿਹੜੀਆਂ ਹੁਣ ਅੱਜ ਕੱਲ੍ਹ ਹਵਾਈ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਨੂੰ ਤੁਸੀਂ ਫੇਸ ਨਹੀਂ ਕਰ ਪਾ ਰਹੇ। ਮੇਰਾ ਨਹੀਂ ਖਿਆਲ ਜਦੋਂ ਦੇ ਤੁਸੀਂ CM ਬਣੇ ਹੋ ਤੁਸੀਂ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ, ਕਿਸੇ ਮਾਈਕ ਦਾ ਸਾਹਮਣਾ ਕੀਤਾ ਹੋਵੇ, ਆਪਣਾ ਹੀ ਉੱਥੋਂ ਜਿਹੜਾ ਵੀਡੀਓ ਜਾਰੀ ਕਰਦੇ ਹੋ। ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਮਾਰਨੇ, ਮਤਲਬ ਉਹ ਜੇ ਮਾਰ ਰਹੇ ਆ ਤੇ ਉਹਦਾ ਵਿਰੋਧ ਕਰੋ। ਤੁਹਾਡੇ ਜਿਹੜੇ ਦਿੱਲੀ ਵਾਲੇ ਸੁਪਰ CM ਬਣ ਗਏ ਆ, ਉਹ ਤੁਹਾਡੇ ਕੋਲੋਂ ਜੋ ਚਾਹੁੰਦੇ ਉਹ ਕਰਾ ਰਹੇ ਆ। ਮੈਂ ਕੇਜਰੀਵਾਲ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਖੁਦਕੁਸ਼ੀ ਨਹੀਂ ਹੋਊਗੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ 'ਚ ਖੁਦਕੁਸ਼ੀਆਂ ਰੁਕੀਆਂ? ਇੱਕ ਦਿਨ ਦੇ ਵਿੱਚ 7 ਖੁਦਕੁਸ਼ੀਆਂ ਹੋ ਰਹੀਆਂ ਵਾ। ਕੇਜਰੀਵਾਲ ਹੋਣਾ ਕਿਹਾ ਸੀਗਾ ਕਿ ਮੇਰੀ ਸਰਕਾਰ ਵਾਲਿਆਂ ਤੋਂ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਬਿਜਲੀ ਦਾ ਬਿੱਲ ਉਹ 0 ਆਇਆ ਕਰੂਗਾ। ਕੀ 0 ਆਉਣਾ ਸ਼ੁਰੂ ਹੋਇਆ? ਬਿਜਲੀ ਦੇ ਉੱਤੇ ਹੀ ਤੁਸੀਂ ਐਡਾ ਵੱਡਾ ਜਿਹੜਾ ਬਵਾਲ ਖੜਾ ਕਰ ਲਿਆ। ਕੇਜਰੀਵਾਲ ਗੁਜਰਾਤ 'ਚ ਜਾਂਦੇ ਨੇ, ਹਿਮਾਚਲ ਦੇ ਵਿੱਚ ਜਾਂਦੇ ਨੇ, ਉੱਥੇ ਜਾ ਕੇ ਕਹਿੰਦੇ ਨੇ ਕਿ ਪੰਜਾਬ 'ਚ ਭ੍ਰਿਸ਼ਟਾਚਾਰ 0 ਹੋ ਗਿਆ। 0 मतलब खत्म कर दिता। मैं तुहानूं अज भी कहना कि अज भी दफ्तरां 'च उस तरीके कमिशन चल रही है, चाहे वो ठेकेदार दे रहे हैं, चाहे वो अफसर लै रहे हैं। रिश्वत के रेट वध गए क्योंकि अफसरां नूं लगदा कि रिस्क बड़ा वा, सरकार ने 2-4 अफसर टंगणे आ, पर जे पैसे लैणे ते चज दे लै जाण।
ਇਹ ਹਾਲਾਤ ਜਿਹੜੇ ਸੂਬੇ ਦੇ ਬਣ ਗਏ ਸਰਕਾਰ ਬਣਾਉਂਦਿਆਂ ਹੀ। ਸਰਕਾਰ ਬਣਾਉਣ ਤੋਂ ਪਹਿਲਾਂ ਤੁਹਾਡਾ ਦਾਅਵਾ ਸੀਗਾ ਤੁਹਾਡੇ ਸੁਪਰ ਸੀਐਮ ਦਾ ਕਿ ਸਰਕਾਰ ਬਣਦਿਆਂ ਹੀ ਔਰਤਾਂ ਨੂੰ 1000 ਰੁਪਈਆ ਜਿਹੜਾ ਉਹਨਾਂ ਦੇ ਘਰਾਂ 'ਚ ਆਉਣਾ ਸ਼ੁਰੂ ਹੋ ਜਾਊਗਾ, ਕੱਲੀ ਕੱਲੀ ਔਰਤ ਨੂੰ 1000 ਰੁਪਈਆ ਮਿਲੂਗਾ। ਕੀ ਉਹ ਸ਼ੁਰੂ ਹੋਇਆ? ਉਹਨਾਂ ਔਰਤਾਂ ਨੂੰ ਮਿਲ ਰਿਹਾ 1000 ਰੁਪਈਆ? ਭਗਵੰਤ ਮਾਨ ਜੀ ਤੁਸੀਂ ਕਿਹਾ ਸੀਗਾ ਕਿ 1 ਮਹੀਨੇ ਦੇ ਵਿੱਚ ਸਰਕਾਰ ਜਿੱਦਣ ਬਣ ਗਈ ਤੁਹਾਡੀ 25,000 ਅਸੀਂ ਨੌਕਰੀ ਜਿਹੜੀ ਦੇਵਾਂਗੇ ਨਵੀਂ ਤੇ 35,000 ਜਿਹੜੇ ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਾਂਗੇ। ਅੱਜ ਤੱਕ ਹੋ ਗਏ ਤੁਹਾਡੇ ਕੋਲੋਂ ਮਤਲਬ 2 ਮਹੀਨੇ ਹੋਣ ਜਾ ਰਹੇ ਆ। ਚਲੋ ਇਹਨਾਂ ਚੀਜ਼ਾਂ ਲਈ ਜੇ 2-4 ਮਹੀਨੇ ਲੱਗਣੇ ਵੀ ਆ ਤੇ ਕੋਈ ਗੱਲ ਨਹੀਂ, ਮੈਂ ਫਿਰ ਵੀ ਕਹਿੰਦਾ ਪਰ ਹਵਾਈ ਗੱਲਾਂ ਤੋਂ ਬਚਣ ਦੀ ਲੋੜ ਆ। ਫਿਰ ਆ ਤੁਸੀਂ ਐਡਾ ਵੱਡਾ ਦਾਅਵਾ ਕੀਤਾ ਕਿ ਕੋਈ ਵੀ ਬੰਦਾ ਦਫ਼ਤਰ ਜਾਊਗਾ ਉਹਨੂੰ 9 ਵਜੇ ਦਫ਼ਤਰ ਦੇ ਵਿੱਚ ਕਰਮਚਾਰੀ ਉਹ ਅਫਸਰ ਜ਼ਰੂਰ ਮੌਕੇ ਤੇ ਮਿਲੂਗਾ। 5 ਕੁ ਦਿਨ ਅਫਸਰਾਂ ਨੇ ਉਹ ਜਿਹੜਾ ਅਹਿਤਿਆਤ ਵਰਤਿਆ ਉੱਥੇ ਆਏ ਆ। ਅੱਜ ਸਾਰੇ ਦਫ਼ਤਰਾਂ ਦੇ ਉਹ ਹਾਲਾਤ ਬਣ ਕੇ ਰਹਿ ਗਏ ਆ। ਕੋਈ ਕਿਸੇ ਕੰਮ ਤੇ ਨਿਕਲ ਜਾਂਦਾ, ਕੋਈ ਕਿਸੇ ਪਾਸੇ ਨਿਕਲ ਜਾਂਦਾ। 9 ਵਜੇ ਤੁਹਾਡੀ 90% ਦਫ਼ਤਰਾਂ ਦੇ ਵਿੱਚ ਹਾਜ਼ਰੀ ਨਹੀਂ ਹੈਗੀ। ਕਿਤੇ ਚੈੱਕ ਕਰਾਉਣ ਤੁਹਾਡੇ ਐਮਐਲਏ ਵੱਖ-ਵੱਖ ਬੱਸਾਂ ਤੇ ਚੈੱਕ ਕਰਦੇ ਫਿਰਦੇ ਆ ਨਾ, ਤੇ ਦਫ਼ਤਰਾਂ 'ਚ ਜਾ ਕੇ ਉੱਥੇ ਉਹਨਾਂ ਦੀ ਖਬਰ ਲੈਣ ਹਾਂ ਵੀ 9 ਵਜੇ ਪਹੁੰਚੇ ਕਿ ਨਹੀਂ, ਕਿਉਂਕਿ ਉਹਨਾਂ ਨੇ ਵੀ ਅਫਸਰਾਂ ਨਾਲ ਤਾਲਮੇਲ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ ਤੁਸੀਂ ਭ੍ਰਿਸ਼ਟਾਚਾਰ ਦੇ ਉੱਤੇ ਨੰਬਰ ਜਾਰੀ ਕੀਤਾ। 3.5 ਲੱਖ ਜਿਹੜੀ ਕੰਪਲੇਂਟ ਆ 3 ਲੱਖ ਤੋਂ ਉੱਪਰ ਅੱਜ ਮੇਰੀ ਜਾਣਕਾਰੀ ਦੇ ਵਿੱਚ ਆਇਆ ਵੀ ਉੱਥੇ ਆ ਚੁੱਕੀ ਆ। ਤੁਸੀਂ ਦੱਸੋ ਉਹਦੇ ਵਿੱਚੋਂ ਕਿੰਨੀਆਂ ਹੱਲ ਹੋਈਆਂ? ਮੇਰਾ ਖਿਆਲ ਹੈ ਵੀ ਹੱਲ ਕਰਨੀਆਂ ਤੇ ਦੂਰ 3.5 ਲੱਖ ਕੰਪਲੇਂਟ ਤੇ ਪੜੀ ਵੀ ਨਹੀਂ ਜਾ ਸਕਦੀ। ਕੀ ਰੇਤਾ ਸਸਤੀ ਹੋ ਗਈ ਜਿਹਦਾ ਤੁਸੀਂ ਪਹਿਲੇ ਦਿਨ ਵਾਅਦਾ ਕੀਤਾ ਸੀਗਾ? ਹੁਣ ਤੇ ਕਈ ਖੱਡਾਂ ਤੁਹਾਨੂੰ ਵੀ ਜਾਇਜ਼ ਜਿਹੜੀਆਂ ਲੱਗਣ ਲੱਗ ਪਈਆਂ ਵੀ ਜਾਇਜ਼ ਚੱਲਦੀਆਂ, ਮਤਲਬ ਬਹਾਨੇ ਹੀ ਆ ਨਾ। ਮੈਂ ਤੇ ਅੱਗੇ ਕਹਿੰਦਾ ਸੀਗਾ ਕਿ ਪੋਲੀਟੀਸ਼ੀਅਨ ਜਦੋਂ ਮਰਜ਼ੀ ਆਪਣੀ ਗੱਲ ਤੋਂ ਫਿਰ ਜਾਂਦਾ। ਜਾਲੀ ਬੱਸਾਂ ਬੰਦ ਹੋ ਗਈਆਂ, ਮੰਤਰੀ ਤੁਹਾਡੇ ਬੱਸਾਂ 'ਚ ਚੜ੍ਹਦੇ ਆ ਸਿਰਫ ਖਬਰਾਂ ਬਣਾ ਕੇ ਵੀਡੀਓ ਜਾਰੀ ਕਰਕੇ, ਤੇ ਬੱਸਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ? ਦਫ਼ਤਰ ਬੈਠਿਆਂ ਵੀ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਕਿੰਨੀਆਂ ਬੱਸਾਂ ਜਾਲੀ ਆਪਣੇ ਅਫਸਰਸ਼ਾਹੀ ਦੇ ਉੱਤੇ ਨਕੇਲ ਪਾਉਣ। ਮਤਲਬ ਇਸ ਤਰ੍ਹਾਂ ਦੀਆਂ ਖਬਰਾਂ ਬਣਾਈਆਂ ਜਾ ਰਹੀਆਂ ਕਿ ਸਕੂਲਾਂ ਦਾ ਮਾਫੀਆ ਟੁੱਟ ਗਿਆ ਵਾ। ਅੱਜ ਪ੍ਰਾਈਵੇਟ ਸਕੂਲ ਲੋਕਾਂ ਨੂੰ ਲੁੱਟਣੋਂ ਹਟ ਗਏ ਆ। ਹਸਪਤਾਲਾਂ ਦਾ ਮਾਫੀਆ ਟੁੱਟ ਗਿਆ ਵਾ। ਮਤਲਬ ਉਹ ਲੋਕਾਂ ਨੂੰ ਜਿਹੜਾ ਗਰੀਬਾਂ ਦਾ ਇਲਾਜ ਆ ਉਹ ਸਾਲਟ ਲਿਖਣਾ ਸ਼ੁਰੂ ਹੋ ਗਿਆ ਦਵਾਈਆਂ ਦੇ ਉੱਤੇ। ਐਡੀ ਐਡੀ ਕਮਾਈ ਕਰਦੇ ਸੀਗੇ। ਸਭ ਉਸੇ ਤਰ੍ਹਾਂ ਹੀ ਚੱਲ ਰਿਹਾ। ਮੈਂ ਤਾਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ 4.5 ਸਾਲ ਬਾਅਦ ਤੁਸੀਂ ਵੀ ਕਿਤੇ ਇਹ ਗੱਲ ਨਾ ਕਹਿ ਦਿਓ ਸਿੱਧੂ ਵਾਂਗੂ ਕਿ ਮੇਰੀ ਚੱਲੀ ਨਹੀਂ, ਮੈਨੂੰ ਮਤਲਬ ਦਿੱਲੀ ਵਾਲਿਆਂ ਨੇ ਚੱਲਣ ਹੀ ਨਹੀਂ ਦਿੱਤਾ ਜਿਸ ਤਰ੍ਹਾਂ ਉਹ ਬਹਾਨੇ ਲੱਭਦਾ ਸੀਗਾ। ਮੈਂ ਸਮਾਪਤੀ ਕਰਨ ਲੱਗਾ ਮੀਰ ਸਾਹਿਬ ਦਾ ਇਹ ਸ਼ੇਰ ਪੜ੍ਹ ਕੇ। ਅਖੀਰ ਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਹਾਡੇ ਲਈ ਇਹ ਸ਼ੇਰ ਹੈ ਕਿ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਜੇ ਤੁਸੀਂ ਉਹਨਾਂ ਵਾਂਗੂ ਚੱਲਦੇ ਰਹੇ। ਜੇ ਤੁਸੀਂ ਪੰਜਾਬ ਨੂੰ ਗਹਿਣੇ ਪਾਉਂਦੇ ਰਹੇ ਤੇ ਪੰਜਾਬ ਵੀ ਉਸੇ ਤਰੀਕੇ ਚੱਲਦਾ ਰਿਹਾ, ਲੋਕ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਾਫ ਨਹੀਂ ਕਰਨਗੇ। ਮੈਂ ਕਹਿ ਕੇ ਮੇਰੀ ਸਮਾਪਤੀ ਹੈ ਕਿ ਇਬਤਦਾਏ ਇश्क है अब रोता है क्या, आगे आगे देखिए होता है क्या, ये निशाने इश्क हैं जाते नहीं, दाग छाती के अब से धोता है क्या।